ਇੱਕ ਵਾਰ ਦੀ ਗੱਲ ਹੈ, ਗੌਤਮ ਬੁੱਧ ਕੋਲ ਉਹਨਾਂ ਦੇ ਇੱਕ ਸ਼ਿਸ਼ ਨੇ ਪੁੱਛਿਆ ਕਿ ਕਰਮ ਕੀ ਹੁੰਦੇ ਹਨ। ਇਹ ਸੁਣ ਕੇ ਬੁੱਧ ਜੀ ਮੁਸਕਰਾਏ ਅਤੇ ਕਿਹਾ, ਇੱਕ ਰਾਜ ਵਿੱਚ ਇੱਕ ਰਾਜਾ ਰਾਜ ਕਰਦਾ ਸੀ। ਇੱਕ ਵਾਰ ਉਹ ਆਪਣੇ ਮੰਤਰੀ ਨਾਲ ਦੇਸ਼ ਦਾ ਭ੍ਰਮਣ ਕਰ ਰਿਹਾ ਸੀ। ਭ੍ਰਮਣ ਕਰਦਿਆਂ ਉਹ ਇੱਕ ਬਾਜ਼ਾਰ ਵਿੱਚ ਪਹੁੰਚੇ, ਜਿੱਥੇ ਰਾਜਾ ਦੀ ਨਜ਼ਰ ਇੱਕ ਦੁਕਾਨਦਾਰ ਤੇ ਪਈ। ਉਸ ਨੂੰ ਦੇਖਦੇ ਹੀ ਰਾਜੇ ਦੇ ਮਨ ਵਿੱਚ ਅਜੀਬ ਖਿਆਲ ਆਇਆ ਕਿ ਮੈਂ ਇਸ ਨੂੰ ਕੱਲ੍ਹ ਫਾਂਸੀ ਦੀ ਸਜ਼ਾ ਦੇ ਦਿਆਂ। ਰਾਜੇ ਨੇ ਇਹ ਗੱਲ ਆਪਣੇ ਮੰਤਰੀ ਨੂੰ ਦੱਸ ਦਿੱਤੀ। ਮੰਤਰੀ ਹੈਰਾਨ ਸੀ ਕਿ ਰਾਜਾ ਇਹ ਫੈਸਲਾ ਬਿਨਾਂ ਕੋਈ ਗੱਲ ਕੀਤੇ ਕਿਵੇਂ ਲੈ ਸਕਦਾ ਹੈ। ਰਾਜਾ ਤੇ ਮੰਤਰੀ ਫਿਰ ਰਾਜ ਮਹਿਲ ਵਾਪਸ ਚਲੇ ਗਏ, ਪਰ ਮੰਤਰੀ ਨੂੰ ਰਾਤ ਭਰ ਨੀਂਦ ਨਾ ਆਈ। ਸਵੇਰੇ ਉੱਠ ਕੇ ਮੰਤਰੀ ਨੇ ਇੱਕ ਆਮ ਜਨਤਾ ਦਾ ਰੂਪ ਧਾਰ ਲਿਆ ਅਤੇ ਉਸ ਦੁਕਾਨਦਾਰ ਕੋਲ ਗਿਆ ਤੇ ਪੁੱਛਿਆ ਕਿ ਤੂੰ ਵੇਚਦਾ ਕੀ ਹੈ। ਦੁਕਾਨਦਾਰ ਨੇ ਕਿਹਾ ਕਿ ਮੈਂ ਚੰਦਨ ਦੀਆਂ ਲੱਕੜੀਆਂ ਵੇਚਦਾ ਹਾਂ। ਫਿਰ ਮੰਤਰੀ ਨੇ ਆਸ-ਪਾਸ ਦੇ ਲੋਕਾਂ ਤੋਂ ਉਸ ਦੁਕਾਨਦਾਰ ਬਾਰੇ ਪੁੱਛਣਾ ਸ਼ੁਰੂ ਕੀਤਾ। ਸਾਰਿਆਂ ਨੇ ਕਿਹਾ ਕਿ ਉਹ ਦੁਕਾਨਦਾਰ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਹਮੇਸ਼ਾ ਉਦਾਸ ਰਹਿੰਦਾ ਹੈ। ਮੰਤਰੀ ਨੂੰ ਗੱਲ ਸਮਝ ਆ ਗਈ। ਉਹ ਮੁੜ ਦੁਕਾਨਦਾਰ ਕੋਲ ਗਿਆ ਤੇ ਪੁੱਛਿਆ ਕਿ ਤੂੰ ਹਮੇਸ਼ਾ ਉਦਾਸ ਕਿਉਂ ਰਹਿੰਦਾ ਹੈ। ਦੁਕਾਨਦਾਰ ਨੇ ਦੱਸਿਆ ਕਿ ਮੈਂ ਇਸ ਕਰਕੇ ਦੁਖੀ ਹਾਂ ਕਿਉਂਕਿ ਮੇਰੀ ਦੁਕਾਨ ਤੇ ਲੋਕ ਚੰਦਨ ਦੀਆਂ ਲੱਕੜੀਆਂ ਦੇਖ ਕੇ ਤਿਲਕ ਲਾ ਕੇ ਕਹਿੰਦੇ ਹਨ ਕਿ ਬਹੁਤ ਸੋਹਣੀਆਂ ਹਨ, ਬਹੁਤ ਵਧੀਆ ਹਨ, ਪਰ ਕੋਈ ਖਰੀਦਣ ਨਹੀਂ ਆਉਂਦਾ। ਇਸ ਕਰਕੇ ਮੈਂ ਬਹੁਤ ਦੁਖੀ ਰਹਿੰਦਾ ਹਾਂ। ਇਹ ਗੱਲ ਸੁਣ ਕੇ ਮੰਤਰੀ ਨੂੰ ਵੀ ਦੁੱਖ ਹੋਇਆ ਤੇ ਉਸਨੇ ਸੋਚਿਆ ਕਿ ਭਲਾ ਕੋਈ ਵੀ ਦੁਕਾਨਦਾਰ ਕਿਵੇਂ ਖੁਸ਼ ਰਹਿ ਸਕਦਾ ਜਦੋਂ ਉਸ ਦੀ ਦੁਕਾਨ ਦਾ ਸਮਾਨ ਨਾ ਵਿਕੇ, ਜਦ ਕਿ ਉਹ ਇੱਜ਼ਤਦਾਰ ਵੀ ਹੋਵੇ। ਮੰਤਰੀ ਸੋਚਣ ਲੱਗਾ ਕਿ ਇਹ ਦੁਕਾਨਦਾਰ ਆਪਣੀਆਂ ਪਰੇਸ਼ਾਨੀਆਂ ਕਰਕੇ ਇੰਨਾ ਦੁਖੀ ਰਹਿੰਦਾ ਹੈ, ਪਰ ਰਾਜਾ ਇਸ ਨੂੰ ਫਾਂਸੀ ਦੇਣਾ ਚਾਹੁੰਦੇ ਹਨ। ਫਿਰ ਮੰਤਰੀ ਨੇ ਪੁੱਛਿਆ, ਭਰਾ ਜੇ ਤੇਰੀ ਦੁਕਾਨ ਦੀਆਂ ਸਾਰੀਆਂ ਚੰਦਨ ਦੀਆਂ ਲੱਕੜੀਆਂ ਇੰਜ ਹੀ ਪਈਆਂ ਰਹਿ ਗਈਆਂ ਤਾਂ ਤੂੰ ਕੀ ਕਰੇਂਗਾ। ਦੁਕਾਨਦਾਰ ਨੇ ਗੁੱਸੇ ਵਿੱਚ ਆ ਕੇ ਕਿਹਾ, ਮੈਨੂੰ ਪਤਾ ਹੈ ਮੇਰੀਆਂ ਚੰਦਨ ਦੀਆਂ ਲੱਕੜੀਆਂ ਇੰਜ ਹੀ ਪਈਆਂ ਰਹਿ ਜਾਣਗੀਆਂ, ਕੋਈ ਨਹੀਂ ਖਰੀਦੇਗਾ। ਇਸੇ ਲਈ ਮੈਂ ਸੋਚਦਾ ਹਾਂ ਕਿ ਸਾਡਾ ਰਾਜਾ ਜਲਦੀ ਮਰ ਜਾਵੇ ਤਾਂ ਮੈਂ ਉਸ ਦੇ ਅੰਤਿਮ ਸੰਸਕਾਰ ਲਈ ਆਪਣੀਆਂ ਚੰਦਨ ਦੀਆਂ ਲੱਕੜੀਆਂ ਦਰਬਾਰ 'ਚ ਭੇਜ ਦਿਆਂ, ਜਿਨ੍ਹਾਂ ਨਾਲ ਮੈਨੂੰ ਕੁਝ ਪੈਸੇ ਵੀ ਮਿਲ ਜਾਣਗੇ ਤੇ ਹੋਰ ਲੋਕਾਂ ਨੂੰ ਵੀ ਮੇਰੀਆਂ ਚੰਦਨ ਦੀਆਂ ਲੱਕੜੀਆਂ ਬਾਰੇ ਪਤਾ ਲੱਗੇਗਾ। ਫਿਰ ਹੋ ਸਕਦਾ ਕੁਝ ਲੋਕ ਮੇਰੇ ਕੋਲੋਂ ਵੀ ਖਰੀਦਣ ਆਉਣ। ਇਹ ਗੱਲ ਸੁਣ ਕੇ ਮੰਤਰੀ ਸਾਰੀ ਗੱਲ ਸਮਝ ਗਿਆ, ਪਰ ਉਹ ਚਤੁਰ ਤੇ ਸਮਝਦਾਰ ਸੀ। ਉਸ ਦੇ ਮਨ ਵਿੱਚ ਇੱਕ ਵਿਚਾਰ ਆਇਆ। ਮੰਤਰੀ ਨੇ ਉਹ ਸਾਰੀਆਂ ਲੱਕੜੀਆਂ ਖਰੀਦ ਲਈਆਂ। ਦੁਕਾਨਦਾਰ ਨੂੰ ਪੈਸੇ ਮਿਲ ਗਏ ਤੇ ਉਹ ਖੁਸ਼ ਹੋ ਗਿਆ। ਮੰਤਰੀ ਉਹ ਲੱਕੜੀਆਂ ਲੈ ਕੇ ਰਾਜ ਦਰਬਾਰ ਵਾਪਸ ਆਇਆ ਤੇ ਰਾਜੇ ਅੱਗੇ ਰੱਖ ਕੇ ਕਿਹਾ ਕਿ ਇਹ ਚੰਦਨ ਦੀਆਂ ਲੱਕੜੀਆਂ ਉਸੇ ਦੁਕਾਨਦਾਰ ਵੱਲੋਂ ਭੇਜੀਆਂ ਗਈਆਂ ਹਨ ਜਿਸ ਨੂੰ ਤੁਸੀਂ ਕੱਲ੍ਹ ਫਾਂਸੀ ਦੇਣੀ ਸੀ। ਰਾਜੇ ਨੇ ਉਹਨਾਂ ਦੀ ਸੁਗੰਧ ਲੈ ਕੇ ਬਹੁਤ ਪਸੰਦ ਕੀਤਾ ਤੇ ਕਿਹਾ ਕਿ ਇਹ ਤਾਂ ਬਹੁਤ ਉੱਤਮ ਹਨ। ਰਾਜਾ ਦੁਕਾਨਦਾਰ ਦੇ ਇਸ ਤਰੀਕੇ ਨਾਲ ਖੁਸ਼ ਹੋ ਗਿਆ ਅਤੇ ਮੰਤਰੀ ਨੂੰ ਸੁਵਰਨ ਮੁਦਰਾਵਾਂ ਦੇ ਕੇ ਕਿਹਾ ਕਿ ਜਾ ਕੇ ਉਸ ਨੂੰ ਦੇ ਆ ਤੇ ਕਹਿ ਦੇ ਕਿ ਅੱਗੇ ਤੋਂ ਮਾਲ ਵਿੱਚ ਜਦੋਂ ਵੀ ਚੰਦਨ ਦੀਆਂ ਲੱਕੜੀਆਂ ਚਾਹੀਦੀਆਂ ਹੋਣ ਤੇਰੀ ਦੁਕਾਨ ਤੋਂ ਹੀ ਆਉਣ। ਇਹ ਸੁਣ ਕੇ ਮੰਤਰੀ ਮੁਸਕਰਾ ਪਿਆ ਅਤੇ ਸੋਚਣ ਲੱਗਾ, ਹੁਣ ਤਾਂ ਰਾਜੇ ਦੇ ਮਨ ਵਿੱਚ ਉਸ ਨੂੰ ਫਾਂਸੀ ਦੇਣ ਦਾ ਵਿਚਾਰ ਕਦੇ ਨਹੀਂ ਆਵੇਗਾ, ਕਿਉਂਕਿ ਹੁਣ ਤਾਂ ਰਾਜ ਦਰਬਾਰ ਲਈ ਚੰਦਨ ਦੀਆਂ ਲੱਕੜੀਆਂ ਦੀ ਜ਼ਿੰਮੇਵਾਰੀ ਉਸੇ ਦੀ ਹੋ ਗਈ ਹੈ। ਉਸ ਦੁਕਾਨਦਾਰ ਨੂੰ ਆਪਣੀ ਕਿਸਮਤ ਮਿਲ ਗਈ ਸੀ। ਮੰਤਰੀ ਸੁਵਰਨ ਮੁਦਰਾਵਾਂ ਲੈ ਕੇ ਉਸ ਦੀ ਦੁਕਾਨ ਵੱਲ ਤੁਰ ਪਿਆ। ਇੱਥੇ ਰਾਜਾ ਵੀ ਸੋਚਣ ਲੱਗ ਪਿਆ ਕਿ ਇਹ ਦੁਕਾਨਦਾਰ ਤਾਂ ਬਹੁਤ ਚੰਗਾ ਇਨਸਾਨ ਨਿਕਲਿਆ। ਜਿਸ ਵੇਲੇ ਮੈਂ ਉਸ ਨੂੰ ਫਾਂਸੀ ਦੇਣ ਦੀ ਸੋਚ ਰਿਹਾ ਸੀ, ਸ਼ਾਇਦ ਉਹ ਆਪਣੇ ਮਨ ਵਿੱਚ ਸੋਚ ਰਿਹਾ ਸੀ ਕਿ ਰਾਜਾ ਪਹਿਲੀ ਵਾਰੀ ਮੇਰੀ ਦੁਕਾਨ ਤੇ ਆਏ ਹਨ, ਕਿਉਂ ਨਾ ਮੈਂ ਆਪਣੀਆਂ ਸੋਹਣੀਆਂ ਤੇ ਸੁਗੰਧਦਾਰ ਲੱਕੜੀਆਂ ਉਹਨਾਂ ਨੂੰ ਪੇਸ਼ ਕਰਾਂ। ਅੱਜ ਉਸਨੇ ਮੈਨੂੰ ਚੰਦਨ ਦੀਆਂ ਲੱਕੜੀਆਂ ਭੇਟ ਕਰਕੇ ਦਿਲ ਖੁਸ਼ ਕਰ ਦਿੱਤਾ। ਦੂਜੇ ਪਾਸੇ ਮੰਤਰੀ ਉਸ ਦੁਕਾਨਦਾਰ ਕੋਲ ਪਹੁੰਚ ਗਿਆ ਤੇ ਰਾਜੇ ਵੱਲੋਂ ਦਿੱਤੀਆਂ ਸੁਵਰਨ ਮੁਦਰਾਵਾਂ ਉਸ ਨੂੰ ਦਿੰਦਿਆਂ ਕਿਹਾ ਕਿ ਕੱਲ੍ਹ ਜਿਹੜੀਆਂ ਚੰਦਨ ਦੀਆਂ ਲੱਕੜੀਆਂ ਮੈਂ ਖਰੀਦ ਕੇ ਲੈ ਗਿਆ ਸੀ, ਰਾਜੇ ਨੇ ਉਹਨਾਂ ਨੂੰ ਬਹੁਤ ਪਸੰਦ ਕੀਤਾ ਤੇ ਇਨਾਮ ਵਜੋਂ ਤੇਰੇ ਲਈ ਇਹ ਸੁਵਰਨ ਮੁਦਰਾਵਾਂ ਭੇਜੀਆਂ ਹਨ। ਇਹ ਸੁਣ ਕੇ ਦੁਕਾਨਦਾਰ ਬਹੁਤ ਖੁਸ਼ ਹੋਇਆ। ਨਾਲ ਹੀ ਮੰਤਰੀ ਨੇ ਇਹ ਵੀ ਦੱਸਿਆ ਕਿ ਅੱਜ ਤੋਂ ਰਾਜ ਦਰਬਾਰ ਵਿੱਚ ਜਦੋਂ ਵੀ ਚੰਦਨ ਦੀਆਂ ਲੱਕੜੀਆਂ ਦੀ ਲੋੜ ਹੋਵੇਗੀ, ਸਾਰੀ ਚੰਦਨ ਦੀ ਲੱਕੜੀ ਤੇਰੀ ਦੁਕਾਨ ਤੋਂ ਹੀ ਲਈ ਜਾਵੇਗੀ। ਦੁਕਾਨਦਾਰ ਮੰਤਰੀ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋ ਗਿਆ। ਫਿਰ ਮੰਤਰੀ ਨੇ ਪੁੱਛਿਆ, ਭਾਈ ਤੂੰ ਤਾਂ ਰਾਜੇ ਬਾਰੇ ਇੰਨਾ ਬੁਰਾ ਸੋਚ ਰਿਹਾ ਸੀ, ਪਰ ਦੇਖ ਰਾਜਾ ਤੇਰੀ ਕਿੰਨੀ ਚਿੰਤਾ ਕਰਦੇ ਹਨ। ਰਾਜਾ ਕਿੰਨੇ ਚੰਗੇ ਹਨ, ਉਹ ਆਪਣੀ ਪ੍ਰਜਾ ਬਾਰੇ ਕਦੇ ਵੀ ਬੁਰਾ ਨਹੀਂ ਸੋਚਦੇ। ਦੁਕਾਨਦਾਰ ਮੰਤਰੀ ਦੀ ਗੱਲ ਨਾਲ ਸਹਿਮਤ ਹੋ ਗਿਆ ਤੇ ਬਹੁਤ ਦੁਖੀ ਹੋ ਕੇ ਰਾਜੇ ਪ੍ਰਤੀ ਆਪਣੇ ਬੁਰੇ ਵਿਚਾਰਾਂ ਲਈ ਪਛਤਾਉਣ ਲੱਗ ਪਿਆ। ਉਹ ਮੰਤਰੀ ਨੂੰ ਕਹਿਣ ਲੱਗਾ ਕਿ ਮੈਂ ਕਿੰਨਾ ਗਲਤ ਸੋਚ ਰਿਹਾ ਸੀ ਰਾਜੇ ਬਾਰੇ। ਰਾਜਾ ਤਾਂ ਵੱਡੇ ਚੰਗੇ ਤੇ ਮਹਾਨ ਹਨ, ਭਗਵਾਨ ਕਰੇ ਰਾਜੇ ਦੀ ਉਮਰ ਲੰਮੀ ਹੋਵੇ। ਇਹ ਸੁਣ ਕੇ ਮੰਤਰੀ ਵੀ ਬਹੁਤ ਖੁਸ਼ ਹੋਇਆ ਤੇ ਉੱਥੋਂ ਵਾਪਸ ਰਾਜ ਦਰਬਾਰ ਚਲਾ ਗਿਆ। ਫਿਰ ਇੱਥੇ ਤਥਾਗਤ ਗੌਤਮ ਬੁੱਧ ਨੇ ਆਪਣੀ ਕਹਾਣੀ ਖਤਮ ਕਰਦਿਆਂ ਆਪਣੇ ਸ਼ਿਸ਼ਿਆਂ ਨੂੰ ਪੁੱਛਿਆ ਕਿ ਹੁਣ ਤੁਸੀਂ ਦੱਸੋ ਕਿ ਕਰਮ ਕੀ ਹੁੰਦੇ ਹਨ। ਕਿਸੇ ਨੇ ਕਿਹਾ ਕਰਮ ਕਿਰਿਆ ਹੁੰਦੀ ਹੈ, ਕਿਸੇ ਨੇ ਕਿਹਾ ਕਰਮ ਵਚਨ ਹੁੰਦੇ ਹਨ, ਕਿਸੇ ਨੇ ਕਿਹਾ ਕਰਮ ਸੋਚ ਹੁੰਦੀ ਹੈ ਤੇ ਕਿਸੇ ਨੇ ਕਿਹਾ ਕਰਮ ਭਾਵਨਾ ਹੁੰਦੀ ਹੈ।
ਵਗੈਰਾ ਵਗੈਰਾ। ਆਪਣੇ ਸਾਰੇ ਸ਼ਿਸ਼ਿਆਂ ਦੇ ਜਵਾਬ ਸੁਣਨ ਤੋਂ ਬਾਅਦ ਮਹਾਤਮਾ ਗੌਤਮ ਬੁੱਧ ਨੇ ਕਿਹਾ ਕਿ ਇਨਸਾਨ ਦੇ ਵਿਚਾਰ ਹੀ ਉਸਦੇ ਕਰਮ ਹਨ। ਜਿਵੇਂ ਅਸੀਂ ਸੋਚਦੇ ਹਾਂ ਅਸੀਂ ਉਵੇਂ ਹੀ ਕਰਮ ਕਰਦੇ ਹਾਂ ਅਤੇ ਉਹੀ ਕਰਮ ਸਾਡੇ ਸੁੱਖ ਤੇ ਦੁੱਖ ਲਈ ਜ਼ਿੰਮੇਵਾਰ ਹੁੰਦੇ ਹਨ। ਜੇ ਸਾਡੇ ਵਿਚਾਰ ਗਲਤ ਹੋਣਗੇ ਤਾਂ ਸਾਡੇ ਕਰਮ ਵੀ ਗਲਤ ਹੋਣਗੇ ਅਤੇ ਉਹਨਾਂ ਦਾ ਨਤੀਜਾ ਵੀ ਬੁਰਾ ਆਉਣਗਾ, ਜਿਸ ਕਾਰਨ ਅਸੀਂ ਦੁਖੀ ਰਹਿਣਗੇ। ਜੇ ਸਾਡੇ ਵਿਚਾਰ ਸਹੀ ਹੋਣਗੇ ਤਾਂ ਅਸੀਂ ਸਹੀ ਕਰਮ ਕਰਾਂਗੇ, ਜਿਸ ਨਾਲ ਸਾਨੂੰ ਚੰਗਾ ਫਲ ਮਿਲੇਗਾ ਅਤੇ ਸਾਡੀ ਜ਼ਿੰਦਗੀ ਵਿੱਚ ਸੁੱਖ ਸਮਾਧਾਨ ਆਵੇਗਾ। ਹੁਣ ਆਉਂਦੇ ਹਾਂ ਕਰਮ ਨੂੰ ਥੋੜੀ ਆਸਾਨ ਭਾਸ਼ਾ ਵਿੱਚ ਸਮਝਣ ਵੱਲ। ਕਰਮ ਦਾ ਅਰਥ ਹੈ ਕੰਮ। ਇਸ ਸੰਸਾਰ 'ਚ, ਇਸ ਬ੍ਰਹਿਮੰਡ 'ਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਰਾ ਕਰਮ ਹੀ ਹੈ। ਅਸਲ 'ਚ ਜੇ ਦੇਖਿਆ ਜਾਵੇ ਤਾਂ ਕਰਮ ਕਿਰਿਆ ਤੇ ਪ੍ਰਤੀਕਿਰਿਆ ਦੇ ਆਮ ਸਿਧਾਂਤ ਤੇ ਆਧਾਰਿਤ ਹੈ। ਅਸੀਂ ਜੋ ਵੀ ਕੰਮ ਕਰਦੇ ਹਾਂ ਉਹੀ ਸਾਡਾ ਕਰਮ ਬਣਦਾ ਹੈ ਅਤੇ ਫਿਰ ਕਿਰਿਆ ਪ੍ਰਤੀਕਿਰਿਆ ਦੇ ਨਿਯਮ ਅਨੁਸਾਰ ਹਰ ਕਰਮ ਦਾ ਇੱਕ ਨਤੀਜਾ ਜ਼ਰੂਰ ਹੁੰਦਾ ਹੈ। ਜਿਵੇਂ ਕਿ ਕਹਿਣਾ ਇੱਕ ਗਲਾਸ ਨੂੰ ਸੁੱਟਣਾ ਇੱਕ ਕਰਮ ਹੈ ਅਤੇ ਉਸਦਾ ਟੁੱਟ ਜਾਣਾ ਉਸਦਾ ਨਤੀਜਾ। ਬਹੁਤ ਤੇਜ਼ ਮੀਂਹ ਪੈਣਾ ਇੱਕ ਕਰਮ ਹੈ ਅਤੇ ਬਾੜ ਆਉਣੀ ਉਸਦਾ ਨਤੀਜਾ। ਅਸਲ ਵਿੱਚ ਨਤੀਜਾ ਸਾਡੇ ਹਿੱਤ 'ਚ ਹੋਵੇਗਾ ਜਾਂ ਅਹਿਤ 'ਚ, ਇਹ ਪੂਰੀ ਤਰ੍ਹਾਂ ਸਾਡੇ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ। ਅਕਸਰ ਲੋਕ ਸੋਚਦੇ ਹਨ ਕਿ ਉੱਪਰ ਆਸਮਾਨ 'ਚ ਕੋਈ ਬੈਠਾ ਹੈ ਜੋ ਇਹ ਫੈਸਲਾ ਕਰਦਾ ਹੈ ਕਿ ਕਿਸ ਦੇ ਜੀਵਨ 'ਚ ਸੁੱਖ ਹੋਣਾ ਹੈ ਤੇ ਕਿਸ ਦੇ ਜੀਵਨ 'ਚ ਦੁੱਖ। ਪਰ ਅਸਲ 'ਚ ਸਾਡੇ ਕਰਮ ਅਤੇ ਉਹਨਾਂ ਕਰਮਾਂ ਦੇ ਨਤੀਜੇ ਹੀ ਸਾਡੇ ਸੁੱਖ ਤੇ ਦੁੱਖ ਨੂੰ ਨਿਰਧਾਰਤ ਕਰਦੇ ਹਨ। ਇਸੇ ਕਰਕੇ ਭਾਰਤੀ ਪਰੰਪਰਾ ਵਿੱਚ ਕਿਹਾ ਜਾਂਦਾ ਹੈ ਕਿ ਤੁਸੀਂ ਆਪਣੇ ਭਾਗ ਦੇ ਆਪ ਹੀ ਰਚੜਤਾ ਹੋ। ਅਸਲ 'ਚ ਕਰਮਾਂ ਦਾ ਨਤੀਜਾ ਹੀ ਭਾਗ ਹੁੰਦਾ ਹੈ ਅਤੇ ਅਸੀਂ ਕਿਹੋ ਜਿਹੇ ਕਰਮ ਕਰਨੇ ਹਨ ਇਹ ਪੂਰੀ ਤਰ੍ਹਾਂ ਸਾਡੇ ਆਪਣੇ ਹੱਥ ਵਿੱਚ ਹੁੰਦਾ ਹੈ। ਜਦੋਂ ਕੋਈ ਚੰਗੇ ਕੰਮ ਕਰਦਾ ਜਾਂਦਾ ਹੈ ਤਾਂ ਉਸ ਦਾ ਭਾਗ ਵੀ ਚੰਗਾ ਬਣਦਾ ਜਾਂਦਾ ਹੈ। ਜਿਵੇਂ ਕਿ ਜੇਕਰ ਦੋ ਬੱਚੇ ਹਨ ਅਤੇ ਉਹਨਾਂ ਵਿੱਚੋਂ ਇੱਕ ਬੱਚਾ ਬਚਪਨ ਤੋਂ ਹੀ ਨਵੀਆਂ ਚੀਜ਼ਾਂ ਸਿੱਖਣ ਅਤੇ ਜਾਣਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਉਹ ਹਮੇਸ਼ਾ ਅੱਗੇ ਵੱਧਦਾ ਹੈ। ਜੋ ਵੀ ਬੰਦਾ ਕਰਦਾ ਹੈ, ਜੇ ਉਹ ਆਪਣਾ ਸਰਵੋਤਮ ਦੇਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਅੱਗੇ ਵੱਧਦਾ ਹੈ। ਜਿਵੇਂ ਪਹਿਲਾ ਬੱਚਾ ਜੋ ਹਰ ਕੰਮ ਨੂੰ ਦਿਲ ਲਾ ਕੇ ਕਰਦਾ ਹੈ, ਨਵੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਤੇ ਸਮੇਂ ਦੇ ਨਾਲ ਕਾਮਯਾਬ ਹੋ ਜਾਂਦਾ ਹੈ। ਦੂਜਾ ਬੱਚਾ ਜੋ ਨਾ ਤਾਂ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਨਾ ਹੀ ਕੰਮ ਵਿੱਚ ਮਨ ਲਾਉਂਦਾ ਹੈ, ਉਹ ਸਾਲਾਂ ਬਾਅਦ ਵੀ ਸੰਘਰਸ਼ ਕਰ ਰਿਹਾ ਹੁੰਦਾ ਹੈ। ਫਿਰ ਉਹ ਦੂਜਾ ਬੱਚਾ ਕਹਿ ਦਿੰਦਾ ਹੈ ਕਿ ਪਹਿਲੇ ਦੀ ਕਿਸਮਤ ਚੰਗੀ ਸੀ, ਪਰ ਅਸਲ ਵਿੱਚ ਉਹਦੇ ਕਰਮ ਚੰਗੇ ਸਨ, ਜਿਸ ਕਰਕੇ ਉਹਦੀ ਕਿਸਮਤ ਵੀ ਚੰਗੀ ਹੋ ਗਈ। ਇਸ ਕਰਕੇ ਜੇ ਅਸੀਂ ਆਪਣੇ ਕਰਮ ਬਦਲ ਲਈਏ ਤਾਂ ਆਪਣਾ ਭਾਗ ਵੀ ਬਦਲ ਸਕਦੇ ਹਾਂ। ਜਿਵੇਂ ਜਿਹੋ ਜਿਹੇ ਕਰਮ ਕਰੋਗੇ ਉਹੋ ਜਿਹਾ ਭਾਗ ਬਣੇਗਾ। ਇਹ ਗੱਲ ਦੋਹਾਂ ਹਾਲਾਤਾਂ ਵਿੱਚ ਸੱਚੀ ਹੈ, ਚੰਗੇ ਲਈ ਵੀ ਤੇ ਮਾੜੇ ਲਈ ਵੀ। ਪਰ ਅਸਲ ਵਿੱਚ ਕੋਈ ਬੰਦਾ ਕਿਵੇਂ ਕਰਮ ਕਰਦਾ ਹੈ ਇਹ ਉਸਦੇ ਮਾਤਾ-ਪਿਤਾ, ਪਰਿਵਾਰ, ਸਮਾਜ ਅਤੇ ਆਲੇ-ਦੁਆਲੇ ਦੇ ਮਾਹੌਲ ਤੇ ਵੀ ਨਿਰਭਰ ਕਰਦਾ ਹੈ। ਜਿਵੇਂ ਕਈ ਵਾਰ ਕਿਸੇ ਚਪੜਾਸੀ ਦਾ ਪੁੱਤਰ ਐਕਟਰ ਬਣਨ ਦੀ ਕੋਸ਼ਿਸ਼ ਕਰਦਾ ਹੈ, ਇੰਜੀਨੀਅਰ ਦਾ ਪੁੱਤਰ ਇੰਜੀਨੀਅਰ ਬਣਦਾ ਹੈ, ਡਾਕਟਰ ਦਾ ਪੁੱਤਰ ਡਾਕਟਰ, ਕਿਉਂਕਿ ਸਾਡਾ ਸਰੀਰ ਤੇ ਮਨ ਆਪਣੇ ਆਲੇ-ਦੁਆਲੇ ਤੋਂ ਜਾਣਕਾਰੀ ਇਕੱਠੀ ਕਰਦੇ ਹਨ ਅਤੇ ਉਸ ਜਾਣਕਾਰੀ ਤੇ ਗਿਆਨ ਦੇ ਆਧਾਰ ਤੇ ਹੀ ਅਸੀਂ ਕੰਮ ਕਰਦੇ ਹਾਂ ਤੇ ਉਹੀ ਨਤੀਜੇ ਮਿਲਦੇ ਹਨ। ਅਸਲ ਵਿੱਚ 99% ਲੋਕ ਆਪਣੇ ਆਲੇ-ਦੁਆਲੇ ਦੇ ਮਾਹੌਲ ਤੋਂ ਪ੍ਰਭਾਵਿਤ ਹੋ ਕੇ ਕੰਮ ਕਰਦੇ ਹਨ, ਕਿਉਂਕਿ ਸਾਡਾ ਮਨ ਤੇ ਸਰੀਰ ਉਹ ਜਾਣਕਾਰੀਆਂ ਯਾਦ ਰੱਖਦੇ ਹਨ ਤੇ ਉਹਨਾਂ ਉੱਤੇ ਅਮਲ ਕਰਦੇ ਹਨ। ਜਿਵੇਂ ਜਦੋਂ ਅਸੀਂ ਗੱਡੀ ਚਲਾਉਣਾ ਸਿੱਖਦੇ ਹਾਂ ਤਦ ਹਰ ਗੱਲ ਦਾ ਧਿਆਨ ਰੱਖਦੇ ਹਾਂ, ਪਰ ਥੋੜੇ ਸਮੇਂ ਬਾਅਦ ਗੱਲਾਂ ਕਰਦੇ ਹੋਏ ਜਾਂ ਸੋਚਦੇ ਹੋਏ ਅਸੀਂ ਆਸਾਨੀ ਨਾਲ ਗੱਡੀ ਚਲਾ ਲੈਂਦੇ ਹਾਂ, ਕਿਉਂਕਿ ਗੱਡੀ ਚਲਾਉਣਾ ਸਾਡੀ ਆਦਤ ਬਣ ਜਾਂਦੀ ਹੈ। ਅਸੀਂ ਜ਼ਿਆਦਾਤਰ ਕੰਮ ਬਿਨਾਂ ਜਾਗਰੂਕਤਾ ਦੇ ਕਰਦੇ ਹਾਂ ਤੇ ਇਸ ਕਰਕੇ ਲੱਗਦਾ ਹੈ ਕਿ ਸਾਨੂੰ ਕੋਈ ਹੋਰ ਸ਼ਕਤੀ ਚਲਾ ਰਹੀ ਹੈ, ਪਰ ਅਸਲ ਵਿੱਚ ਉਹ ਸਾਡੇ ਆਪਣੇ ਹੀ ਬਣਾਏ ਹੋਏ ਕਰਮ ਹਨ। ਜੇਕਰ ਅਸੀਂ ਜਾਗਰੂਕ ਹੋ ਜਾਈਏ ਤਾਂ ਪਤਾ ਲੱਗੂ ਕਿ ਸਾਡਾ ਭਾਗ ਆਪਣੇ ਹੱਥ ਵਿੱਚ ਹੈ, ਕਿਉਂਕਿ ਜਾਗਰੂਕਤਾ ਨਾਲ ਸਾਡੇ ਕਰਮਾਂ ਤੇ ਪੂਰਾ ਕਾਬੂ ਆ ਜਾਂਦਾ ਹੈ। ਜਿਵੇਂ ਕਿ ਉੱਪਰ ਦੀ ਕਹਾਣੀ ਵਿੱਚ ਗੌਤਮ ਬੁੱਧ ਨੇ ਕਿਹਾ ਸੀ ਕਿ ਸਾਡੇ ਵਿਚਾਰ ਹੀ ਸਾਡੇ ਕਰਮ ਹਨ ਅਤੇ ਜਾਗਰੂਕਤਾ ਦੀ ਅਵਸਥਾ ਵਿੱਚ ਸਾਡੇ ਵਿਚਾਰਾਂ ਤੇ ਪੂਰਾ ਨਿਯੰਤਰਣ ਹੋ ਜਾਂਦਾ ਹੈ। ਵਿਚਾਰਾਂ ਦੇ ਨਿਯੰਤਰਣ ਨਾਲ ਅਸੀਂ ਆਪਣੇ ਕਰਮਾਂ ਤੇ ਨਿਯੰਤਰਣ ਹਾਸਲ ਕਰ ਲੈਂਦੇ ਹਾਂ ਅਤੇ ਫਿਰ ਜਦੋਂ ਸਾਡੇ ਕਰਮ ਸਾਡੇ ਅਨੁਸਾਰ ਹੋਣਗੇ ਤਾਂ ਉਹਨਾਂ ਦਾ ਨਤੀਜਾ ਵੀ ਉਸੇ ਤਰੀਕੇ ਨਾਲ ਹੋਵੇਗਾ। ਇਸ ਲਈ ਗੌਤਮ ਬੁੱਧ ਨੇ ਵਿਚਾਰਾਂ ਦੇ ਨਿਯੰਤਰਣ ਤੇ ਜ਼ੋਰ ਦਿੱਤਾ ਹੈ ਕਿ ਜੇਕਰ ਕਿਸੇ ਇਨਸਾਨ ਦਾ ਮਨ ਸ਼ਾਂਤ ਹੋ ਜਾਂਦਾ ਹੈ ਤਾਂ ਉਸ ਦੇ ਮਨ ਵਿੱਚ ਬੁਰੇ ਵਿਚਾਰ ਨਹੀਂ ਆਉਂਦੇ ਅਤੇ ਫਿਰ ਉਹ ਸਹੀ ਤਰੀਕੇ ਨਾਲ ਕਰਮ ਕਰਦਾ ਹੈ। ਇਸ ਲਈ ਗੌਤਮ ਬੁੱਧ ਦਾ ਪੂਰਾ ਗਿਆਨ ਮਨ ਦੀ ਸ਼ੁੱਧਤਾ ਤੇ ਜ਼ੋਰ ਦਿੰਦਾ ਹੈ।